ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਪਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਤੇ। 8 ਸਾਲ ਦੇ ਵਿੱਚ 2.5 ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ। 28,000 ਤੋਂ ਵੱਧ ਪੰਜਾਬੀ ਹੋਏ ਪਰਦੇਸੀ। ਆਸਟ੍ਰੇਲੀਆਈ PM ਜਲਦ ਜਾਣਗੇ ਅਮਰੀਕਾ, ਬਾਈਡਨ ਕਰਨਗੇ ਮੇਜ਼ਬਾਨੀ। ਅਮਰੀਕੀ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 53। ਕੈਨੇਡਾ ਦੇ ਕਾਲਜ ਨੇ ਰੱਦ ਕੀਤੇ ਮਨਜ਼ੂਰੀ ਪੱਤਰ, ਭਾਰਤੀ ਸਮੇਤ ਸੈਂਕੜੇ ਵਿਦਿਆਰਥੀ ਪਰੇਸ਼ਾਨ। ਬੀਤੇ ਸਾਲ ਵੀ ਕੀਤੀਆਂ ਸਨ ਨਾਮਜ਼ਦਗੀਆਂ ਰੱਦ, ਲਗਾਤਾਰ ਮਾਮਲਾ ਬਣਿਆ ਹੋਇਆ ਹੈ ਸੁਰਖੀਆਂ ਦੇ ਵਿੱਚ। ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਵੱਲੋਂ ਚੀਨੀ ਤਕਨੀਕ ਵਿੱਚ ਅਮਰੀਕੀ ਨਿਵੇਸ਼ ਤੇ ਰੋਕ ਦੇ ਹੁਕਮ। ਜ਼ਾਲੀ ਪੇਪਰਾਂ ਵਾਲੇ ਕੁਝ ਵਿਦਿਆਰਥੀਆਂ ਦੇ ਗੈਂਗ ਨਾਲ ਸੰਬੰਧ ਹੋਣ ਦੇ ਸ਼ੱਕ ਵਿੱਚ ਕੈਨੇਡਾ ਦੀ ਵਧੀ ਚਿੰਤਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਰਾਜ ਸਭਾ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਅਨੁਸਾਰ ਪਿਛਲੇ 8 ਸਾਲਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ 2,46,580 ਭਾਰਤੀਆਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 60,414 ਪਾਸਪੋਰਟ ਦਿੱਲੀ ਵਿੱਚ ਵਾਪਸ ਕੀਤੇ ਗਏ ਨੇ। ਪੰਜਾਬ ਦੇ ਵਿੱਚ ਇਸ ਮਿਆਦ ਦੇ ਦੌਰਾਨ 28,117 ਲੋਕਾਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ, ਜਦਕਿ ਗੁਜਰਾਤ, ਗੋਆ ਅਤੇ ਕੇਰਲਾ ਦੇ ਵਿੱਚ ਕ੍ਰਮਵਾਰ 22,300, 18,610, 16,247 ਲੋਕਾਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਆਪਣੇ ਪਾਸਪੋਰਟ ਵਾਪਸ ਕਰਨ ਵਾਲੇ ਭਾਰਤੀਆਂ ਦੀ ਰਾਜਵਾਰ ਸੰਖਿਆ ਦੱਸੀ। ਉਹਨਾਂ ਨੇ ਕਿਹਾ ਕਿ 2014 ਤੋਂ 2022 ਤੱਕ ਆਪਣੇ ਪਾਸਪੋਰਟ ਸੁਪੁਰਦ ਕਰਨ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 2,46,580 ਹੈ। ਮੰਤਰੀ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦੇ ਅਨੁਸਾਰ 2019-22 ਦੀ ਮਿਆਦ ਦੇ ਦੌਰਾਨ 35 ਤੋਂ ਵੱਧ ਦੇਸ਼ਾਂ ਦੇ ਵਿੱਚ 24,000 ਤੋਂ ਵੱਧ ਭਾਰਤੀਆਂ ਨੇ ਆਪਣੇ ਪਾਸਪੋਰਟ ਸੁਪਰਦ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 25 ਅਕਤੂਬਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਇੱਕ ਅਧਿਕਾਰਿਤ ਫੇਰੀ ਲਈ ਮੇਜ਼ਬਾਨੀ ਕਰਨਗੇ, ਜਿਸ ਦੇ ਵਿੱਚ ਇੱਕ ਸਰਕਾਰੀ ਡਿਨਰ ਸ਼ਾਮਲ ਹੋਏਗਾ। ਵਾਈਟ ਹਾਊਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿੱਚ ਦੱਸਿਆ ਗਿਆ ਹੈ ਕਿ ਬਾਈਡਨ ਅਤੇ ਅਲਬਾਨੀਜ਼ ਦੋਵੇਂ ਦੇਸ਼ਾਂ ਲਈ ਮਹੱਤਵਪੂਰਨ ਮੁੱਦਿਆਂ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕਰਨਗੇ। ਵੀਰਵਾਰ ਨੂੰ ਉਹਨਾਂ ਦੇ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਅਕਤੂਬਰ ਦੇ ਅਖੀਰ ਵਿੱਚ ਇੱਕ ਅਧਿਕਾਰਿਤ ਦੌਰੇ ਲਈ ਸੰਯੁਕਤ ਰਾਜ ਦੀ ਯਾਤਰਾ ਕਰਨਗੇ, ਜੋ ਪਿਛਲੇ ਸਾਲ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੀ ਪਹਿਲੀ ਫੇਰੀ ਹੋਏਗੀ। ਅਲਬਾਨੀਜ਼ 23-26 ਅਕਤੂਬਰ ਤੱਕ 4 ਦਿਨਾਂ ਦੇ ਦੌਰੇ ਦੌਰਾਨ ਔਕਸ ਸੁਰੱਖਿਆ ਸਮਝੌਤਾ, ਜਲਵਾਯੂ ਤਬਦੀਲੀ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਵਿਸ਼ਿਆਂ ਤੇ ਗੱਲਬਾਤ ਕਰਨਗੇ। ਅਲਬਾਨੀਜ਼ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੇਰੀ ਯਾਤਰਾ ਸਾਡੇ ਅਭਿਲਾਸ਼ੀ ਜਲਵਾਯੂ ਅਤੇ ਸਾਫ਼ ਊਰਜਾ ਤਬਦੀਲੀ ਅਤੇ ਇੱਕ ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਇੰਡੋ ਪੈਸੀਫਿਕ ਦੇ ਸਾਡੇ ਸਾਂਝੇ ਟੀਚੇ ਤੇ ਚਰਚਾ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਇਹ ਦੌਰਾ ਅਜਿਹੇ ਸਮੇਂ ਤੇ ਹੋ ਰਿਹਾ ਹੈ ਜਦੋਂ ਚੀਨ ਦੇ ਉਭਾਰ ਨੂੰ ਲੈ ਕੇ ਆਪਸੀ ਚਿੰਤਾਵਾਂ ਲੰਬੇ ਸਮੇਂ ਤੋਂ ਚੱਲ ਰਹੇ ਸੁਰੱਖਿਆ ਭਾਈਵਾਲਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੀਆਂ ਨੇ, ਖਾਸ ਤੌਰ ਤੇ ਔਕਸ ਸੌਦੇ ਨਾਲ, ਜਿਸ ਦੇ ਤਹਿਤ ਆਸਟ੍ਰੇਲੀਆ ਕਈ ਅਮਰੀਕੀ ਵਰਜੀਨੀਆ ਸ਼੍ਰੇਣੀਆਂ ਦੀਆਂ ਪਣਡੁੱਬੀਆਂ ਖਰੀਦੇਗਾ ਤੇ US ਸ਼ਿਪਯਾਰਡ ਦੇ ਵਿਸਥਾਰ ਵਿੱਚ ਅਰਬਾਂ ਦਾ ਯੋਗਦਾਨ ਦੇਗਾ। ਬਾਈਡਨ ਨੇ ਮੂਲ ਰੂਪ ਦੇ ਵਿੱਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਇੱਕ ਗੈਰ ਰਸਮੀ ਖੇਤਰੀ ਸਮੂਹ ਕੁਆਡ ਦੀ ਇੱਕ ਮੀਟਿੰਗ ਲਈ ਮਈ ਵਿੱਚ ਸਿਡਨੀ ਦੀ ਯਾਤਰਾ ਕਰਨ ਦੀ ਯੋਜਨਾ ਬਣਾਈ ਸੀ, ਪਰ ਵਾਸ਼ਿੰਗਟਨ ਵਿੱਚ ਕਰਜ਼ੇ ਦੀ ਸੀਮਾ ਬਾਰੇ ਗੱਲਬਾਤ ਦੇ ਕਾਰਨ ਯਾਤਰਾ ਰੱਦ ਕਰ ਦਿੱਤੀ ਗਈ ਸੀ। ਇਸ ਦੀ ਬਜਾਏ ਚਾਰੇ ਨੇਤਾ ਮਈ ਵਿੱਚ ਹੀਰੋਸ਼ੀਮਾ 'ਚ G7 ਸਿਖਰ ਸੰਮੇਲਨ ਦੌਰਾਨ ਮਿਲੇ। ਵਾਈਟ ਹਾਊਸ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ 'ਚ ਕਿਹਾ ਕਿ ਇਹ ਦੌਰ ਖੁੱਲ੍ਹੇ, ਸਥਿਰ ਅਤੇ ਖੁਸ਼ਹਾਲ ਇੰਡੋ ਪੈਸੀਫਿਕ ਪ੍ਰਤੀ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਧਰ ਅਲਬਾਨੀਜ਼ ਨੂੰ ਵੀ ਬੀਜਿੰਗ ਆਉਣ ਦਾ ਸੱਦਾ ਦਿੱਤਾ ਗਿਆ ਹੈ, ਪਰ ਫੇਰੀ ਦੀ ਤਾਰੀਖ ਅਜੇ ਤੈਅ ਨਹੀਂ ਕੀਤੀ ਗਈ।
ਅਮਰੀਕਾ ਦੇ ਹਵਾਈ ਸੂਬੇ ਦੇ ਮੋਈ ਵਿੱਚ ਵੀਰਵਾਰ ਨੂੰ ਜੰਗਲ ਵਿੱਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 53 ਹੋ ਗਈ ਹੈ। ਹਵਾਈ ਦੇ ਗਵਰਨਰ ਜੋਸ਼ ਨੇ ਇਹ ਜਾਣਕਾਰੀ ਦਿੱਤੀ। ਗ੍ਰੀਨ ਨੇ ਦੱਸਿਆ, ਅਸੀਂ ਹਵਾਈ ਵਿੱਚ ਇਸ ਪੀੜ੍ਹੀ ਦੀ ਸਭ ਤੋਂ ਵੱਡੀ ਕੁਦਰਤੀ ਆਫਤ ਬਾਰੇ ਗੱਲ ਕਰ ਰਹੇ ਹਾਂ ਅਤੇ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਵਿੱਚ 53 ਲੋਕਾਂ ਦੀ ਜਾਨ ਚਲੀ ਗਈ ਹੈ। ਉਹਨਾਂ ਨੇ ਖਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਚਾਅ ਟੀਮਾਂ ਵੱਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ। ਗ੍ਰੀਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ 1000 ਤੋਂ ਵੱਧ ਢਾਂਚੇ ਤਬਾਹ ਹੋ ਗਏ ਨੇ। ਦੱਖਣ ਤੋਂ ਲੰਘ ਰਹੇ ਡੋਰਾ ਤੂਫਾਨ ਕਾਰਨ ਜੰਗਲਾਂ 'ਚ ਲੱਗੀ ਅੱਗ ਭੜਕ ਗਈ, ਜਿਸ ਕਾਰਨ ਕਈ ਕਾਰਾਂ ਸੜ ਗਈਆਂ ਅਤੇ ਕਈ ਇਤਿਹਾਸਕ ਇਮਾਰਤਾਂ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ। ਮੋਈ ਦੇ ਮੇਅਰ ਦੇ ਨਾਲ ਪ੍ਰਭਾਵਿਤ ਕਸਬੇ ਦਾ ਦੌਰਾ ਕਰਨ ਤੋਂ ਬਾਅਦ ਗ੍ਰੀਨ ਨੇ ਕਿਹਾ, ਕੁਝ ਅਪਵਾਦਾਂ ਨੂੰ ਛੱਡ ਦਈਏ ਤਾਂ ਲਾਹੇਨਾ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਹੈ। ਉੱਥੋਂ ਦੀ ਸਥਿਤੀ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਲਾਹੇਨਾ 'ਚ ਬੰਬ ਨਾਲ ਹਮਲਾ ਹੋਇਆ ਹੋਏ। ਸੈਂਟਰ ਫਾਰ ਡਿਜ਼ਾਸਟਰ ਫਿਲੈਂਥਰੋਪੀ ਦੇ ਉਪ ਪ੍ਰਧਾਨ ਰੇਜ਼ੀਨ ਨੇ ਕਿਹਾ ਕਿ ਜਦੋਂ ਤੱਕ ਫਾਇਰ ਫਾਈਟਰਸ ਆਪਣਾ ਕੰਮ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਲੋੜਾਂ ਦਾ ਪੂਰਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਇਤਿਹਾਸਕ ਸ਼ਹਿਰ ਲਾਹੇਨਾ ਦੀਆਂ ਮੌਜੂਦਾ ਤਸਵੀਰਾਂ ਉੱਥੋਂ ਦੇ ਵਿਨਾਸ਼ਕਾਰੀ ਹਾਲਾਤ ਨੂੰ ਦਰਸਾਉਂਦੀਆਂ ਹਨ। ਹਵਾਈ ਵਿੱਚ ਐਮਰਜੈਂਸੀ ਅਮਲੇ ਪੀੜਤਾਂ ਨੂੰ ਬਚਾਉਣ ਅਤੇ ਜੰਗਲ ਦੀ ਅੱਗ ਤੇ ਕਾਬੂ ਪਾਉਣ ਦੇ ਲਈ ਕੰਮ ਕਰ ਰਹੇ ਨੇ। ਅੱਗ ਇਸ ਹਫ਼ਤੇ ਮੋਈ ਦੇ ਕਈ ਹਿੱਸਿਆਂ 'ਚ ਫੈਲ ਗਈ। ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਗਵਰਨਰ ਗ੍ਰੀਨ ਨਾਲ ਫੋਨ ਤੇ ਗੱਲ ਕੀਤੀ ਅਤੇ ਘਟਨਾ 'ਚ ਜਾਨ ਮਾਲ ਦੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਰਾਜ ਦੇ ਵਿੱਚ ਆਫਤ ਘੋਸ਼ਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸੰਘੀ ਸਹਾਇਤਾ ਲਈ ਰਾਹ ਸਾਫ਼ ਹੋ ਗਿਆ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹਨਾਂ ਨੇ ਹਰ ਸੰਭਵ ਮਦਦ ਦੇ ਆਦੇਸ਼ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਹਵਾਈ ਨੈਸ਼ਨਲ ਗਾਰਡ ਨੇ ਅੱਗ ਬੁਝਾਉਣ ਅਤੇ ਖੋਜ ਅਤੇ ਬਚਾਅ ਕਾਰਜਾਂ ਲਈ ਚਿਨੂਕ ਹੈਲੀਕਾਪਟਰ ਤਾਇਨਾਤ ਕੀਤੇ ਨੇ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਸਥਿਤ ਕਾਲਜ ਵੱਲੋਂ ਸੈਸ਼ਨ ਦੀ ਸ਼ੁਰੂਆਤ ਤੋਂ 1 ਮਹੀਨਾ ਪਹਿਲਾਂ ਦਾਖਲੇ ਸੰਬੰਧੀ ਪੱਤਰ ਰੱਦ ਕਰ ਦਿੱਤੇ ਗਏ। ਇਸ ਨਾਲ ਭਾਰਤੀਆਂ ਸਮੇਤ 500 ਵੱਧ ਕੌਮਾਂਤਰੀ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ। ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਕੁਝ ਵਿਦਿਆਰਥੀ ਕੈਨੇਡਾ ਪੁੱਜ ਚੁੱਕੇ ਸੀ ਤੇ ਕੁਝ ਨੇ ਟੋਰਾਂਟੋ ਪਹੁੰਚਣ ਦੇ ਲਈ ਫਲਾਈਟ ਬੁੱਕ ਕਰਵਾ ਲਈ ਸੀ। ਇਹਨਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਨੇ। ਕੈਨੇਡਾ ਦੇ ਓਨਟਾਰੀਓ ਦੇ ਨਾਰਦਰਨ ਕਾਲਜ ਤੋਂ ਕਰੀਬ 500 ਕੌਮਾਂਤਰੀ ਵਿਦਿਆਰਥੀਆਂ ਨੂੰ ਹੁਣੇ ਜਿਹੇ ਈਮੇਲ ਮਿਲੀ ਸੀ। ਇਸ ਵਿੱਚ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀਗਾ ਕਿ ਇਸ ਸੈਸ਼ਨ ਦੇ ਲਈ ਉਹਨਾਂ ਦੇ ਦਾਖਲਾ ਪੱਤਰ ਰੱਦ ਕਰ ਦਿੱਤੇ ਗਏ ਨੇ। ਨਾਰਦਰਨ ਕਾਲਜ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡਾ ਸਰਕਾਰ ਵੱਲੋਂ ਉਮੀਦ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤੇ ਜਾਣ ਕਾਰਨ ਹੋਈ ਹੈ। ਵਿਦਿਆਰਥੀਆਂ ਨੂੰ ਪੈਸਾ ਵਾਪਸ ਕਰ ਦਿੱਤਾ ਜਾਏਗਾ ਜਾਂ ਵੱਖ-ਵੱਖ ਸਕੂਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ। ਲੰਘੇ ਮਈ ਮਹੀਨੇ ਸੈਂਕੜੇ ਵਿਦਿਆਰਥੀਆਂ ਨੇ ਕਿਹਾ ਸੀ ਕਿ ਉਹਨਾਂ ਦੀ ਨਾਮਜ਼ਦਗੀ ਓਨਟਾਰੀਓ ਦੇ ਸੇਂਟ ਲਾਰੈਂਸ ਕਾਲਜ ਦੇ ਨਾਲ ਸੰਬੰਧਿਤ ਅਲਫਾ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਵੱਲੋਂ ਇੱਕ ਪਾਸੜ ਮੁਅੱਤਲ ਕਰ ਦਿੱਤੀ ਗਈ ਸੀ। ਕੌਮਾਂਤਰੀ ਸਿੱਖ ਵਿਦਿਆਰਥੀ ਸੰਗਠਨ ਦੇ ਮੁਖੀ ਤੇ ਵਿਸ਼ਵ ਸਿੱਖ ਸੰਗਠਨ ਦੇ ਮੈਂਬਰ ਜਸਪ੍ਰੀਤ ਸਿੰਘ ਹੋਣਾ ਨੇ ਕਿਹਾ ਹੈ ਕਿ ਇਹ ਹਾਲਾਤ ਵੱਡੀ ਸਮੱਸਿਆ ਦਾ ਸੰਕੇਤ ਹੈ। ਪ੍ਰਣਾਲੀ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਕੈਨੇਡਾ 'ਚ ਆਮ ਗੱਲ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਵੱਲ ਜਾਣ ਵਾਲੇ ਉੱਚ ਤਕਨੀਕ ਵਾਲੇ ਅਮਰੀਕੀ ਨਿਵੇਸ਼ ਨੂੰ ਰੋਕਣ ਦੇ ਲਈ ਨੇਮਬੱਧ ਕਰਨ ਦੇ ਲਈ ਇੱਕ ਕਾਰਜਕਾਰੀ ਹੁਕਮ ਤੇ ਦਸਤਖਤ ਕੀਤੇ ਨੇ। ਬਾਈਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਦੁਨੀਆ ਦੀਆਂ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਮੁਕਾਬਲੇ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਚੀਨ ਨੇ ਦੋਸ਼ ਲਗਾਇਆ ਕਿ ਅਮਰੀਕਾ ਉਸ ਨਿਵੇਸ਼ ਤੇ ਰੋਕ ਲਗਾ ਕੇ ਉਸ ਦੇ ਵਿਕਾਸ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਪੇਚਿੰਗ ਨੂੰ ਆਪਣੀ ਸੈਨਾ ਦੇ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ। ਅਮਰੀਕਾ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਉਸ ਦੇ ਘੇਰੇ ਵਿੱਚ ਕੰਪਿਊਟਰ ਚਿੱਪਾਂ, ਮਾਈਕਰੋ ਇਲੈਕਟ੍ਰੋਨਿਕਸ, ਕੁਆਂਟਮ ਸੂਚਨਾ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਂਦੇ ਨੇ। ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਇਹ ਕਦਮ ਆਰਥਿਕ ਹਿੱਤਾਂ ਦੀ ਥਾਂ ਕੌਮੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਚੁੱਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਹੁਕਮ ਦਾ ਮਕਸਦ ਚੀਨ ਦੀ ਅਮਰੀਕੀ ਨਿਵੇਸ਼ ਦੀ ਵਰਤੋਂ ਦੀ ਸਮਰੱਥਾ ਨੂੰ ਘਟਾਉਣ ਦੇ ਨਾਲ-ਨਾਲ ਵਪਾਰ ਦੇ ਪੱਧਰ ਨੂੰ ਨਿਯਮਿਤ ਕਰਨਾ ਹੈ, ਜੋ ਦੋਵਾਂ ਮੁਲਕਾਂ ਦੇ ਅਰਥਚਾਰਿਆਂ ਲਈ ਮਹੱਤਵਪੂਰਨ ਹੈ। ਉਹਨਾਂ ਨੇ ਕਿਹਾ ਕਿ ਚੀਨ ਅਮਰੀਕਾ ਦੇ ਨਿਵੇਸ਼ ਦੀ ਵਰਤੋਂ ਆਪਣੀ ਸੈਨਾ ਨੂੰ ਵਿਕਸਿਤ ਕਰਨ ਦੇ ਲਈ ਕਰ ਰਿਹਾ ਹੈ। ਦੂਜੇ ਪਾਸੇ ਚੀਨ ਦੇ ਵਿਦੇਸ਼ ਮੰਤਰਾਲਾ ਨੇ ਬਾਈਡਨ ਪ੍ਰਸ਼ਾਸਨ ਤੇ ਤਕਨੀਕੀ ਏਕਾ ਅਧਿਕਾਰ ਕਾਇਮ ਕਰਨ ਦਾ ਦੋਸ਼ ਲਗਾਇਆ ਅਤੇ ਵਾਸ਼ਿੰਗਟਨ ਨੂੰ ਆਪਣਾ ਫੈਸਲਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਚੀਨ ਨੇ ਚੇਤਾਵਨੀ ਦਿੱਤੀ ਕਿ ਪੇਚਿੰਗ ਦੇ ਤਕਨੀਕੀ ਵਿਕਾਸ ਦੇ ਵੱਧਦੇ ਸੰਘਰਸ਼ ਵਿੱਚ ਨਵੀਆਂ ਪਾਬੰਦੀਆਂ ਆਲਮੀ ਸਪਲਾਈ ਲੜੀ ਨੂੰ ਨੁਕਸਾਨ ਪਹੁੰਚਾਉਣਗੀਆਂ।
ਕੈਨੇਡਾ ਲਈ ਸਟੱਡੀ ਪਰਮਿਟ ਹਾਸਲ ਕਰਨ ਦੇ ਲਈ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਦੀ ਜਾਂਚ ਨੂੰ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਤੇਜ਼ ਕਰ ਦਿੱਤਾ ਗਿਆ, ਕਿਉਂਕਿ ਇਸ ਗੱਲ ਦੀ ਚਿੰਤਾ ਵੱਧ ਗਈ ਸੀ ਕਿ ਜਿਹੜੇ ਵਿਦਿਆਰਥੀ ਸਪਸ਼ਟ ਤੌਰ ਤੇ ਉੱਚ ਸਿੱਖਿਆ ਲਈ ਆਏ ਸਨ ਉਹ ਗਰੋਹ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਹ ਜਾਣਕਾਰੀ ਪਿਛਲੇ ਮਹੀਨੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਇੰਟੈਲੀਜੈਂਸ ਐਂਡ ਇਨਫੋਰਸਮੈਂਟ ਬ੍ਰਾਂਚ ਦੇ ਉਪ ਪ੍ਰਧਾਨ ਵੱਲੋਂ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀ ਨਾਮਕ ਸਮੂਹ ਨੂੰ ਇੱਕ ਪੱਤਰ ਵਿੱਚ ਦਿੱਤੀ ਗਈ ਸੀ। ਪੱਤਰ ਦੇ ਵਿੱਚ ਕਿਹਾ ਗਿਆ ਕਿ 2018 ਵਿੱਚ CBSA ਸੰਗਠਿਤ ਅਪਰਾਧ ਸਮੂਹਾਂ ਦੀ ਜਾਂਚ ਕਰ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਸਕੂਲ ਨਾ ਜਾਣ ਅਤੇ ਅਪਰਾਧਿਕਤਾ ਅਤੇ ਗੈਂਗ ਵਿੱਚ ਸ਼ਾਮਲ ਹੋਣ ਦੇ ਮੁੱਦਿਆਂ ਬਾਰੇ ਜਾਣੂ ਹੋਇਆ। ਇਸ ਨਾਲ ਪੁੱਛਗਿੱਛ ਦੀਆਂ ਨਵੀਆਂ ਲਾਈਨਾਂ ਸ਼ੁਰੂ ਹੋਈਆਂ, ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੇ 2000 ਤੋਂ ਵੱਧ ਕੇਸਾਂ ਦੀ ਪਛਾਣ ਕੀਤੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਲਈ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਸਹਿਯੋਗ ਦੇ ਨਾਲ ਉਹਨਾਂ ਮਾਮਲਿਆਂ ਦੀ ਸਮੀਖਿਆ ਕੀਤੀ ਗਈ ਅਤੇ ਉਹਨਾਂ ਨੂੰ ਚਿੰਤਾ ਦੇ ਲਗਭਗ 300 ਮਾਮਲਿਆਂ ਤੱਕ ਘਟਾ ਦਿੱਤਾ ਗਿਆ। ਚਿੱਠੀ ਵਿੱਚ ਮੈਕਰੋਰੀ ਨੇ ਕਿਹਾ ਕਿ ਉਹ ਹਰੇਕ ਕੇਸ ਦੇ ਖਾਸ ਹਾਲਾਤ ਦਾ ਮੁਲਾਂਕਣ ਕਰਕੇ ਅਸਲ ਵਿਦਿਆਰਥੀਆਂ ਦੀ ਪਛਾਣ ਕਰਨ ਦੇ ਲਈ ਕੰਮ ਕਰ ਰਹੇ ਨੇ। ਆਊਟਲੈਟ ਗਲੋਬ ਐਂਡ ਮੇਲ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀਗੀ ਕਿ ਸ਼ੱਕ ਦੇ ਉਹਨਾਂ ਮਾਮਲਿਆਂ ਵਿੱਚ CBSA ਨੇ ਕੈਨੇਡਾ ਵਿੱਚ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ 10 ਲੋਕਾਂ ਦੀ ਪਛਾਣ ਕੀਤੀ। CBSA ਦੇ ਬੁਲਾਰੇ ਨੇ ਆਊਟਲੈਟ ਨੂੰ ਦੱਸਿਆ ਕਿ ਇਹ ਅੰਦਰੂਨੀ ਜਾਂਚ ਸਰੋਤਾਂ ਨੂੰ ਉੱਚ ਜੋਖਮ ਵਾਲੇ ਕੇਸਾਂ ਤੇ ਫੋਕਸ ਕਰਨਾ ਜਾਰੀ ਰੱਖੇਗਾ, ਜਿਸ ਵਿੱਚ ਅਪਰਾਧਕਤਾ ਅਤੇ ਰਾਸ਼ਟਰੀ ਸੁਰੱਖਿਆ ਸਭ ਤੋਂ ਵੱਧ ਤਰਜੀਹਾਂ ਨੇ। ਉਧਰ ਭਾਰਤ ਦੇ ਕਈ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੁੱਖ ਤੌਰ ਤੇ ਪੰਜਾਬ ਵਿੱਚ ਏਜੰਟਾਂ ਦੁਆਰਾ ਤਿਆਰ ਕੀਤੇ 40 ਦਸਤਾਵੇਜ਼ਾਂ ਦੇ ਆਧਾਰ ਤੇ ਸਟੱਡੀ ਪਰਮਿਟ ਪ੍ਰਾਪਤ ਕੀਤੇ ਜਾਣ ਕਾਰਨ ਕੈਨੇਡਾ ਤੋਂ ਸੰਭਾਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ। ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 7 ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਅੰਤਰਿਮ ਰਾਹਤ ਦਿੱਤੀ ਅਤੇ 3 ਸਾਲਾਂ ਦੇ ਵਰਕ ਪਰਮਿਟ ਵੀ ਦਿੱਤੇ ਨੇ। ਇੱਕ ਇਮੀਗ੍ਰੇਸ਼ਨ ਵਕੀਲ ਦੇ ਅਨੁਸਾਰ ਘੱਟੋ ਘੱਟ ਇੱਕ ਜੋ ਆਪਣੀ ਮਰਜ਼ੀ ਨਾਲ ਦੇਸ਼ ਛੱਡ ਗਿਆ ਸੀ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਸਤਾਵੇਜ਼ਾਂ ਦੀ ਜਾਲਸਾਜ਼ੀ ਦੇ ਪਿੱਛੇ ਕਥਿਤ ਤੌਰ ਤੇ ਇੱਕ ਏਜੰਟ ਜਲੰਧਰ ਸਥਿਤ ਕਾਉਂਸਲਿੰਗ ਫਰਮ EMSA ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਆਸਟ੍ਰੇਲੀਆ ਦੇ ਵਿਜੇਸ਼ ਮਿਸ਼ਰਾ ਨੂੰ ਜੂਨ ਵਿੱਚ ਕੈਨੇਡੀਅਨ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੇ ਦੋਸ਼ ਲਗਾਏ ਗਏ ਸਨ। ਮਿਸ਼ਰਾ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਜ਼ਰਬੰਦੀ ਕੇਂਦਰ ਵਿੱਚ ਹੈ। ਦਿਲਚਸਪ ਗੱਲ ਇਹ ਹੈ ਕਿ CBSA ਜਾਂਚ ਵਿੱਚ ਪਾਇਆ ਗਿਆ ਕਿ ਗੈਂਗਸਟਰ ਸਤਿੰਦਰਜੀਤ ਸਿੰਘ, ਜਿਸ ਨੂੰ ਗੋਲਡੀ ਬਰਾੜ ਵਜੋਂ ਜਾਣਿਆ ਜਾਂਦਾ ਹੈ, 2017 ਵਿੱਚ ਇੱਕ ਵਿਦਿਆਰਥੀ ਵਜੋਂ ਕੈਨੇਡਾ ਆਇਆ। ਪਿਛਲੇ ਸਾਲ ਮਈ ਵਿੱਚ ਉਸਨੇ ਇੱਕ ਆਨਲਾਈਨ ਪੋਸਟ ਵਿੱਚ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਸਿੱਧੂ, ਜੋ ਕਿ ਸਿੱਧੂ ਮੂਸੇਵਾਲ ਵਜੋਂ ਮਸ਼ਹੂਰ ਹੈ, ਦੇ ਕਤਲ ਦੀ ਜ਼ਿੰਮੇਵਾਰੀ ਲਈ। CBSA ਅਤੇ IRCC ਦੇ ਅਧਿਕਾਰੀਆਂ ਦੇ ਇੱਕ ਟਾਸਕ ਫੋਰਸ ਇਸ ਸਮੇਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਦਾਖਲਿਆਂ ਦੀ ਜਾਂਚ ਕਰ ਰਹੀ ਹੈ। ਬੀਤੇ ਦਿਨ ਡਿਪਟੀ ਇੰਸਪੈਕਟਰ ਤਾਰੀਕ ਸ਼ੇਪਾਰਡ ਨੂੰ ਲੋਕ ਸੂਚਨਾ ਦਾ ਨਿਊਯਾਰਕ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਨਿਊਯਾਰਕ ਪੁਲਿਸ ਡਿਪਾਰਟਮੈਂਟ NYPD ਦੇ ਪੁਲਿਸ ਕਮਿਸ਼ਨਰ ਐਡਵਰਡ ਕੈਬਨ ਨੇ ਤਾਰੀਕ ਸ਼ੇਪਾਰਡ ਦੀ ਪਬਲਿਕ ਇਨਫੋਰਮੇਸ਼ਨ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤੀ ਦਾ ਐਲਾਨ ਕੀਤਾ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਤਾਰੀਕ 19 ਸਾਲ ਦੇ ਅਨੁਭਵੀ ਨੇ ਅਤੇ ਉਹਨਾਂ ਨੇ ਕਈ ਅਹੁਦਿਆਂ ਤੇ ਸੇਵਾ ਵੀ ਕੀਤੀ ਹੈ। ਉਹ ਹਾਲ ਹੀ ਵਿੱਚ ਹਾਰਲੇਮ ਨਿਊਯਾਰਕ ਵਿੱਚ 28ਵੇਂ ਪ੍ਰਿੰਸਕਿਟ ਦੇ ਕਮਾਂਡਿੰਗ ਅਫਸਰ ਸੀ। ਸ਼ੇਪਾਰਡ ਨੇ ਆਪਣਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਕੈਰੀਅਰ ਸੰਨ 2004 ਵਿੱਚ ਇੱਕ ਗਸ਼ਤੀ ਅਧਿਕਾਰੀ ਵਜੋਂ ਸ਼ੁਰੂ ਕੀਤਾ ਸੀ। 47ਵੇਂ ਪ੍ਰਿੰਸਕਿਟ ਵਿੱਚ ਬ੍ਰੌਕਸ ਤੇ ਬੇਕਫੀਲਡ ਸੈਕਸ਼ਨ ਦੀ ਉਹ ਦੇਖਰੇਖ ਕਰਦੇ ਸੀ। ਉਹ 2010 ਵਿੱਚ ਇੱਕ ਸਾਰਜੈਂਟ ਅਤੇ 2015 ਚ ਲੈਫਟੀਨੈਂਟ ਅਤੇ ਸੰਨ 2020 ਵਿੱਚ ਕਪਤਾਨ ਬਣੇ ਅਤੇ ਸ਼ਲਾਘਾਯੋਗ ਸੇਵਾਵਾਂ ਦੇ ਬਦਲੇ ਉਹਨਾਂ ਦੇ ਰੈਂਕ ਵਿੱਚ ਵਾਧਾ ਹੋਇਆ। ਹੁਣ 2023 ਵਿੱਚ ਉਹਨਾਂ ਨੂੰ ਡਿਪਟੀ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ। ਸ਼ੇਪਾਰਡ ਨੇ ਪਹਿਲਾਂ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਟੀਮ ਦਾ ਪ੍ਰਬੰਧਨ ਵੀ ਕੀਤਾ, ਜੋ ਕਿ 5 ਬਰੂਆਂ ਵਿੱਚ ਵਿਭਿੰਨ ਭਾਈਚਾਰਿਆਂ ਨਾਲ ਤਾਲਮੇਲ ਕਰਨ ਦੇ ਲਈ ਜ਼ਿੰਮੇਵਾਰ ਹੈ। ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਉਸਨੇ ਵਿਭਾਗ ਦੇ ਮੁਖੀ ਸਮੇਤ ਉੱਚ ਪੱਧਰੀ ਵਿਭਾਗੀ ਕਾਰਜਕਾਰੀਆਂ ਨਾਲ ਕਈ ਸਲਾਹਕਾਰ ਸ਼ਲਾਘਾਯੋਗ ਭੂਮਿਕਾਵਾਂ ਵੀ ਨਿਭਾਈਆਂ ਨੇ। ਸ਼ੈਪਰਡ ਨੇ ਪਬਲਿਕ ਇਨਫੋਰਮੇਸ਼ਨ ਦੇ ਦਫ਼ਤਰ ਵਿੱਚ ਇੱਕ ਵਿਸ਼ੇਸ਼ ਪ੍ਰੋਜੈਕਟ ਮੈਨੇਜਰ ਵਜੋਂ ਕਈ ਸਾਲ ਸੇਵਾਵਾਂ ਦਿੱਤੀਆਂ। ਕੈਬਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਿਪਟੀ ਕਮਿਸ਼ਨਰ ਸ਼ੈਪਰਡ ਨੇ ਪਿਛਲੇ 2 ਦਹਾਕਿਆਂ ਤੋਂ ਲਗਭਗ NYPD ਵਿੱਚ ਅਨੁਭਵ, ਸਿਰਜਣਾਤਮਕਤਾ ਅਤੇ ਦੇਖਭਾਲ ਦੇ ਪੱਧਰ ਤੇ ਸ਼ਲਾਘਾਯੋਗ ਭੂਮਿਕਾ ਨਿਭਾਈ ਸੀ। ਉਹਨਾਂ ਨੇ ਕਿਹਾ ਕਿ ਪ੍ਰੈਸ ਦੇ ਨਾਲ ਕੰਮ ਕਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜੋ ਨਿਊਯਾਰਕ ਪੁਲਿਸ ਡਿਪਾਰਟਮੈਂਟ ਗੰਭੀਰਤਾ ਦੇ ਨਾਲ ਲੈਂਦੀ ਹੈ ਅਤੇ ਇਸ ਨਵੀਂ ਭੂਮਿਕਾ ਤੋਂ ਪਹਿਲਾਂ ਮਹੱਤਵਪੂਰਨ ਮਾਮਲਿਆਂ ਵਿੱਚ ਉਹਨਾਂ ਦਾ ਇੱਕ ਸ਼ਲਾਘਾਯੋਗ ਰੋਲ ਰਿਹਾ ਸੀ।
ਚਿਨੂਕ ਨੂੰ ਦੁਨੀਆ ਦਾ ਸਭ ਤੋਂ ਤੇਜ਼ ਫੌਜੀ ਹੈਲੀਕਾਪਟਰ ਮੰਨਿਆ ਜਾਂਦਾ ਹੈ, ਜਿਸ ਦੀ ਵੱਧ ਤੋਂ ਵੱਧ ਰਫ਼ਤਾਰ 315 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਜਰਮਨੀ ਕੋਲ ਨਾਟੋ ਵਿੱਚ ਦੂਜਾ ਸਭ ਤੋਂ ਵੱਡਾ ਫੌਜੀ ਹੈਲੀਕਾਪਟਰ ਬੇੜਾ ਹੋਏਗਾ। ਪਿਛਲੇ ਮਹੀਨੇ ਜਰਮਨੀ ਨੇ ਦੁਨੀਆ ਦੇ ਸਭ ਤੋਂ ਤੇਜ਼ 60 ਚਿਨੂਕ ਹੈਲੀਕਾਪਟਰ ਖਰੀਦਣ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਨੂੰ ਜਰਮਨੀ ਦੀ ਹਵਾਈ ਸੈਨਾ ਦੇ ਮੁਖੀ ਇੰਗੋ ਨੇ ਦੱਸਿਆ ਕਿ ਉਹ ਇਹ ਹੈਲੀਕਾਪਟਰ ਬੋਇੰਗ ਕੰਪਨੀ ਤੋਂ 72.75 ਕਰੋੜ ਰੁਪਏ ਵਿੱਚ ਖਰੀਦ ਰਹੇ ਨੇ। ਇਸ ਨਾਲ ਜਰਮਨੀ ਅਮਰੀਕਾ ਤੋਂ ਬਾਅਦ ਨਾਟੋ ਵਿੱਚ ਸਭ ਤੋਂ ਵੱਧ ਫੌਜੀ ਹੈਲੀਕਾਪਟਰਾਂ ਵਾਲਾ ਦੇਸ਼ ਬਣ ਜਾਏਗਾ। ਇਹਨਾਂ ਵਿੱਚੋਂ 50 ਹੈਲੀਕਾਪਟਰ ਪੂਰਬੀ ਜਰਮਨੀ ਹੋਲਸਡੋਰਫ ਸਾਈਡ ਤੇ ਤਾਇਨਾਤ ਹੋਣਗੇ। ਇੱਥੇ 1000 ਵਾਧੂ ਸਿਪਾਹੀ ਵੀ ਨਿਯੁਕਤ ਕੀਤੇ ਜਾਣਗੇ। ਬ੍ਰਿਟੇਨ ਦੀ ਰਾਇਲ 에ਅਰ ਫੋਰਸ ਦੂਜੀ ਸਭ ਤੋਂ ਵੱਡੀ ਚਿਨੂਕ ਆਪਰੇਟਰ ਹੈ, ਪਰ ਜਲਦੀ ਹੀ ਇਸ ਦੇ ਬੇੜੇ ਵਿੱਚ 에ਅਰ ਫਰੇਮ ਦੀ ਗਿਣਤੀ 60 ਤੋਂ ਘਟ ਕੇ 51 ਹੋਣ ਜਾ ਰਹੀ ਹੈ ਅਤੇ ਦੱਖਣੀ ਕੋਰੀਆ ਤੀਜਾ ਸਭ ਤੋਂ ਵੱਡਾ ਆਪਰੇਟਰ ਹੈ। ਉਸ ਕੋਲ 43 ਜਹਾਜ਼ ਨੇ। ਇਸ ਦੇ ਨਾਲ ਹੀ ਅਮਰੀਕਾ ਕੋਲ ਸਭ ਤੋਂ ਵੱਧ ਚਿਨੂਕ ਹੈਲੀਕਾਪਟਰ ਨੇ, ਜਿਨ੍ਹਾਂ ਦੀ ਗਿਣਤੀ 400 ਹੈ। ਨਾਲ ਹੀ ਇਹ ਨਾਟੋ ਦੇਸ਼ਾਂ ਵਿੱਚ ਸਭ ਤੋਂ ਵੱਧ ਫੌਜੀ ਹੈਲੀਕਾਪਟਰਾਂ ਵਾਲਾ ਦੇਸ਼ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਵਿੱਚ ਕੀ ਅਮਰੀਕਾ ਦਾ ਹੱਥ ਸੀ? ਮੀਡੀਆ ਹਾਊਸ ਇੰਟਰਸੈਪਟ ਨੂੰ ਮਿਲੇ ਇੱਕ ਗੁਪਤ ਦਸਤਾਵੇਜ਼ ਤੋਂ ਇਹ ਖੁਲਾਸਾ ਹੋਇਆ ਹੈ। ਇਸ ਵਿੱਚ ਪਾਕਿਸਤਾਨੀ ਰਾਜਦੂਤ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ 2 ਅਧਿਕਾਰੀਆਂ ਵਿਚਕਾਰ 7 ਮਾਰਚ 2022 ਨੂੰ ਹੋਈ ਮੀਟਿੰਗ ਦਾ ਜ਼ਿਕਰ ਹੈ। ਇਸ ਬੈਠਕ ਦੇ ਵਿੱਚ ਰੂਸ ਯੂਕਰੇਨ ਯੁੱਧ ਤੇ ਨਿਰਪੱਖ ਰਹਿਣ ਦੇ ਲਈ ਇਮਰਾਨ ਖਾਨ ਨੂੰ ਹਟਾਉਣ ਤੇ ਗੱਲਬਾਤ ਹੋਈ। ਰਿਪੋਰਟ ਦੇ ਮੁਤਾਬਕ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਮਰਾਨ ਸਰਕਾਰ ਖਿਲਾਫ ਬੇਭਰੋਸਗੀ ਨੂੰ ਮਤਾ ਪਾਸ ਹੋਣ ਤੇ ਸਭ ਨੂੰ ਮਾਫ ਕਰ ਦਿੱਤਾ ਜਾਏਗਾ। ਇੰਟਰਸੈਪਟ ਨੇ ਲਿਖਿਆ ਹੈ ਕਿ ਅਮਰੀਕੀ ਅਧਿਕਾਰੀਆਂ ਦੀ ਗੱਲਬਾਤ ਤੋਂ 1 ਮਹੀਨੇ ਬਾਅਦ ਹੀ ਇਮਰਾਨ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਗਿਆ ਸੀ। ਮੀਡੀਆ ਹਾਊਸ ਇੰਟਰਸੈਪਟ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਸਕੱਤਰ ਡੋਨਾਲਡ ਲੂ ਰੂਸ ਯੂਕਰੇਨ ਯੁੱਧ ਵਿੱਚ ਪਾਕਿਸਤਾਨ ਦੀ ਨਿਰਪੱਖਤਾ ਤੋਂ ਨਾਰਾਜ਼ ਸੀ। ਦਸਤਾਵੇਜ਼ ਦੇ ਅਨੁਸਾਰ ਲੂ ਨੇ ਕਿਹਾ ਕਿ ਅਮਰੀਕਾ ਅਤੇ ਯੂਰਪ ਦੇ ਲੋਕ ਰੂਸ ਯੂਕਰੇਨ ਯੁੱਧ ਵਿੱਚ ਪਾਕਿਸਤਾਨ ਦੀ ਨਿਰਪੱਖਤਾ ਨੂੰ ਲੈ ਕੇ ਹੈਰਾਨ ਨੇ। ਲੂ ਨੇ ਯੁੱਧ ਦੇ ਦਿਨ ਇਮਰਾਨ ਖਾਨ ਦੇ ਰੂਸ ਦੌਰੇ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਸੀਗਾ ਕਿ ਮਾਸਕੋ ਦਾ ਦੌਰਾ ਯੁੱਧ ਵਿੱਚ ਉਸਦੇ ਸਟੈਂਡ ਨੂੰ ਪ੍ਰਗਟ ਕਰਦਾ ਜਾਪਦਾ ਹੈ। ਡੋਨਾਲਡ ਲੂ ਨੇ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਨੂੰ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਤੇ ਬੁਰਾ ਪ੍ਰਭਾਵ ਪਿਆ। ਪਾਕਿਸਤਾਨ 'ਚ ਸਿਆਸੀ ਸਥਿਤੀ 'ਚ ਬਦਲਾਅ ਨਾਲ ਸਾਡੇ ਰਿਸ਼ਤੇ ਜਲਦੀ ਹੀ ਬਹਾਲ ਹੋ ਸਕਦੇ ਨੇ। ਅਮਰੀਕੀ ਵਿਦੇਸ਼ ਵਿਭਾਗ ਅਤੇ ਪਾਕਿਸਤਾਨੀ ਰਾਜਦੂਤ ਦੀ ਮੀਟਿੰਗ ਦੀ ਪਾਕਿਸਤਾਨ ਨੂੰ ਕੇਬਲ ਭੇਜੀ ਗਈ ਸੀ, ਜਿਸ ਦਾ ਹੈ ਕਿ ਇਸ ਦਾ ਕੋਡ ਨੇਮ ਸਾਈਫਰ ਸੀ। ਅਮਰੀਕਾ ਨੇ ਇਮਰਾਨ ਨੂੰ ਸੱਤਾ ਤੋਂ ਹਟਾਏ ਜਾਣ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਨੇ ਸਾਰੀਆਂ ਰਿਪੋਰਟਾਂ ਨੂੰ ਝੂਠ ਦੱਸਿਆ ਹੈ। ਉਹਨਾਂ ਨੇ ਕਿਹਾ, ਅਸੀਂ ਯੁੱਧ ਦੇ ਪਹਿਲੇ ਦਿਨ ਇਮਰਾਨ ਖਾਨ ਦੇ ਮਾਸਕੋ ਜਾਣ ਤੇ ਚਿੰਤਾ ਜ਼ਾਹਿਰ ਕੀਤੀ ਸੀ। ਅਸੀਂ ਜਨਤਕ ਅਤੇ ਨਿੱਜੀ ਗੱਲਬਾਤ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਪਿਛਲੇ ਸਾਲ ਇਮਰਾਨ ਖਾਨ ਨੇ ਵੀ ਅਮਰੀਕਾ ਤੇ ਉਹਨਾਂ ਦੀ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਬਾਅਦ ਵਿੱਚ ਉਹ ਆਪਣਾ ਬਿਆਨ ਵਾਪਸ ਲੈ ਲਿਆ ਸੀ। ਉਹਨਾਂ ਨੇ ਯੁੱਧ 'ਚ ਨਿਰਪੱਖ ਰਹਿਣ ਤੇ ਪੱਛਮੀ ਦੇਸ਼ਾਂ ਦੀ ਆਲੋਚਨਾ ਤੇ ਇਮਰਾਨ ਖਾਨ ਨੇ ਰੈਲੀ 'ਚ ਕਿਹਾ ਸੀਗਾ ਕਿ ਅਸੀਂ ਤੁਹਾਡੇ ਗੁਲਾਮ ਹਾਂ, ਤੁਸੀਂ ਕੀ ਸੋਚਦੇ ਹੋ, ਅਸੀਂ ਉਹੀ ਕਰਾਂਗੇ ਜੋ ਸਾਨੂੰ ਤੁਸੀਂ ਕਹੋਗੇ। ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਨੇ ਨਿਊਯਾਰਕ ਰਾਜ ਦੇ ਇੱਕ ਸਿੱਖ ਫੌਜੀ ਨੂੰ ਦਾੜੀ ਰੱਖਣ ਤੋਂ ਰੋਕੇ ਜਾਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਉਠਾਇਆ ਹੈ, ਕਿਉਂਕਿ ਸੰਸਦ ਮੈਂਬਰਾਂ ਨੇ ਇਸ ਘਟਨਾ ਤੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਨੂੰ ਧਾਰਮਿਕ ਵਿਤਕਰਾ ਕਰਾਰ ਦਿੱਤਾ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ ਵਿਆਹ ਵਿੱਚ ਦਾੜੀ ਰੱਖਣ ਦੀ ਆਗਿਆ ਮੰਗੀ ਸੀ। ਹਾਲਾਂਕਿ ਉਸ ਦੀ ਬੇਨਤੀ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਗਿਆ ਸੀਗਾ ਕਿ ਗੈਸ ਮਾਸਕ ਪਹਿਨਣ ਦੀ ਜ਼ਰੂਰਤ ਪੈਣ ਤੇ ਦਾੜੀ ਰੱਖਣ ਨਾਲ ਸੁਰੱਖਿਆ ਜੋਖਮ ਪੈਦਾ ਹੋ ਸਕਦਾ ਹੈ। ਇੱਥੇ ਭਾਰਤੀ ਅਧਿਕਾਰੀਆਂ ਨੇ ਇਹ ਮੁੱਦਾ ਨਿਊਯਾਰਕ ਰਾਜ ਦੇ ਗਵਰਨਰ ਦੇ ਦਫ਼ਤਰ ਕੋਲ ਉਠਾਇਆ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਦੇ ਕੋਲ ਵੀ ਇਹ ਮਾਮਲਾ ਵਾਈਡਨ ਪ੍ਰਸ਼ਾਸਨ ਦੇ ਕੋਲ ਉਠਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਟੇਟ ਪੁਲਿਸ ਅਤੇ ਗਵਰਨਰ ਦਫ਼ਤਰ ਵੀ ਇਸ ਤੇ ਕੰਮ ਕਰ ਰਹੇ ਨੇ। ਨਿਊਯਾਰਕ ਸਟੇਟ ਅਸੈਂਬਲੀ ਵਿੱਚ ਕੁਈਨਜ਼ ਦੀ ਨੁਮਾਇੰਦਗੀ ਕਰ ਰਹੇ ਅਸੈਂਬਲੀਮੈਨ ਡੇਵਿਡ ਬ੍ਰੇਪਨ ਨੇ ਨਿਊਯਾਰਕ ਸਟੇਟ ਪੁਲਿਸ ਵਿੱਚ ਟਿਵਾਣਾ ਦੀ ਦਾੜੀ ਵਧਾਉਣ ਦੀ ਬੇਨਤੀ ਨੂੰ ਅਸਵੀਕਾਰ ਕਰਨ ਨੂੰ ਧਾਰਮਿਕ ਵਿਤਕਰੇ ਦੀ ਇੱਕ ਚਿੰਤਾਜਨਕ ਘਟਨਾ ਕਰਾਰ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਬ੍ਰੈਪਮਨ ਨੇ ਕਿਹਾ ਕਿ ਉਹਨਾਂ ਨੇ ਰਿਲੀਜੀਅਸ ਗਾਰਬ ਲਾਅ ਨੂੰ ਸਪਾਂਸਰ ਕੀਤਾ ਸੀ, ਜਿਸ ਤੇ 2019 ਵਿੱਚ ਦਸਤਖਤ ਕੀਤੇ ਗਏ ਸਨ। ਇਸ ਲਈ ਕਿਸੇ ਨੂੰ ਵੀ ਆਪਣੇ ਧਰਮ ਦਾ ਪਾਲਣ ਕਰਨ ਅਤੇ ਆਪਣੇ ਕੰਮ ਕਰਨ ਵਿਚਕਾਰ ਚੋਣ ਨਹੀਂ ਕਰਨੀ ਪਏਗੀ। ਨਿਊਯਾਰਕ ਸਟੇਟ ਪੁਲਿਸ ਵੱਲੋਂ ਟਿਵਾਣਾ ਨੂੰ ਰਾਜ ਦੇ ਕਾਨੂੰਨ ਦੇ ਅਨੁਸਾਰ ਅਨੁਕੂਲਿਤ ਕਰਨ ਦੇ ਲਈ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਵਿਪਰਨ ਨੇ ਕਿਹਾ,
ਸਪਸ਼ਟ ਤੌਰ ਤੇ ਮੈਂ ਇਹਨਾਂ ਪੱਖਪਾਤੀ ਕਾਰਵਾਈਆਂ ਤੇ ਰਾਜ ਦੇ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਤੇ ਹੈਰਾਨ ਹਾਂ। CBSA ਨਿਊਜ਼ ਦੀ ਇੱਕ ਰਿਪੋਰਟ ਵਿੱਚ ਸਿੱਖ ਆਫੀਸਰਸ ਐਸੋਸੀਏਸ਼ਨ ਦੇ ਪ੍ਰਧਾਨ ਸਾਰਜੈਂਟ ਗੁਰਵਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਹੈ ਕਿ ਨਿਊਯਾਰਕ ਰਾਜ ਦੇਸ਼ ਵਿੱਚ ਸਭ ਤੋਂ ਵੱਧ ਸਬੰਧਤਾ ਵਾਲਾ ਹੈ ਅਤੇ ਜੇਕਰ ਅਸੀਂ ਉਹਨਾਂ ਅਧਿਕਾਰਾਂ ਨੂੰ ਉਹਨਾਂ ਦੇ ਧਰਮ ਅਤੇ ਉਹਨਾਂ ਦੇ ਵਿਸ਼ਵਾਸ ਨਾਲ ਸੇਵਾ ਨਹੀਂ ਕਰਨ ਦਿੰਦੇ ਤਾਂ ਸਾਡੇ ਕੋਲ ਲੋੜੀਂਦੇ ਪੁਲਿਸ ਅਧਿਕਾਰੀ ਨਹੀਂ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਧੂ ਅਤੇ ਵਿਦੇਸ਼ ਮੰਤਰੀ S ਜੈ ਸ਼ੰਕਰ ਨੂੰ ਪੱਤਰ ਲਿਖ ਕੇ ਸਿੱਖ ਫੌਜੀਆਂ ਨੂੰ ਵਾਲ ਕੱਟਣ ਦੇ ਲਈ ਮਜਬੂਰ ਕਰਨ ਦੀ ਨਿਊਯਾਰਕ ਸਟੇਟ ਪੁਲਿਸ ਦੀ ਪੱਖਪਾਤੀ ਨੀਤੀ ਤੇ ਸਖਤ ਇਤਰਾਜ਼ ਜਤਾਇਆ ਸੀ। ਗੈਰ ਕਾਨੂੰਨੀ ਨਸ਼ਿਆਂ ਦਾ ਰੈਕਟ ਚਲਾਉਣ ਵਾਲੇ ਗਿਰੋਹ ਦੇ ਫੜੇ ਗਏ ਦਰਜਨਾਂ ਮੈਂਬਰਾਂ ਵਿੱਚ ਟੋਰਾਂਟੋ ਦਾ ਇੱਕ ਡਾਕਟਰ ਵੀ ਸ਼ਾਮਲ ਹੈ। GTA ਪੁਲਿਸ ਵੱਲੋਂ 2 ਫੈਂਟਾਨਾਈਲ ਲੈਬਸ ਉੱਤੇ ਛਾਪੇ ਮਾਰ ਕੇ 60 ਕਿਲੋਗ੍ਰਾਮ ਨਸ਼ੇ ਬਰਾਮਦ ਕੀਤੇ ਗਏ। ਹੈਮਿਲਟਨ ਮਾਊਂਟੇਨ ਦੇ ਇੱਕ ਘਰ ਦੇ ਵਿੱਚ ਨਵੰਬਰ 2021 ਨੂੰ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈ ਮੌਤ ਦੇ ਮਾਮਲੇ ਦੀ ਜਾਂਚ ਕਰਦੇ ਸਮੇਂ ਪੁਲਿਸ ਨੂੰ ਨਸ਼ਿਆਂ ਦੀ ਇੱਕ ਲੈਬ ਲੱਭੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਦੇ ਲਈ ਪ੍ਰੋਜੈਕਟ ਓਡੀਓਨ ਸ਼ੁਰੂ ਕੀਤਾ ਗਿਆ। ਟੋਰਾਂਟੋ ਯਾਰਕ ਰੀਜਨ ਤੇ ontario ਪ੍ਰੋਵਿੰਸ਼ੀਅਲ ਪੁਲਿਸ ਦੀ ਮਦਦ ਦੇ ਨਾਲ ਜਾਂਚਕਾਰਾਂ ਨੂੰ ਪਹਿਲਾਂ ਓਵਰਡੋਜ਼ ਕਾਰਨ ਹੋਈ ਮੌਤ ਦੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਹੋਰ ਮੌਤਾਂ ਦੇ ਮਾਮਲਿਆਂ ਦੀ ਕੜੀ ਜੁੜਦੀ ਨਜ਼ਰ ਆਈ। ਹੈਮਿਲਟਨ ਪੁਲਿਸ ਨੇ ਪਾਇਆ ਕਿ ਇਹ ਮੌਤਾਂ ਕੁਝ ਦਿਨ ਦੇ ਫਰਕ ਨਾਲ ਹੀ ਹੋਈਆਂ ਸੀ। ਜਾਂਚਕਾਰਾਂ ਵੱਲੋਂ ਇਹ ਵੀ ਪਤਾ ਲਗਾਇਆ ਗਿਆ ਕਿ ਅਜਿਹੀਆਂ ਲੈਬਸ ਦੇ ਕੁਝ ਇਕਵਿਪਮੈਂਟ ਅਮਰੀਕਾ ਸਥਿਤ ਕੰਪਨੀ ਵੱਲ ਭੇਜੇ ਗਏ ਨੇ। ਅਮਰੀਕਾ ਸਥਿਤ ਇਹਨਾਂ ਕੰਪਨੀ ਵੱਲੋਂ 3 ਆਈਟਮਾਂ ਓਸ਼ਵਾ ਸਥਿਤ ਕੰਪਨੀ ਨੂੰ ਵੇਚੀਆਂ ਗਈਆਂ। ਇਸ ਨਾਲ ਜਾਂਚਕਾਰਾਂ ਨੂੰ ਨਸ਼ਿਆਂ ਦੇ ਨੈਟਵਰਕ ਵਿੱਚ ਸੰਨ ਲਾਉਣ ਦਾ ਮੌਕਾ ਮਿਲਿਆ। ਇਸ ਮਗਰੋਂ ਹੈਮਿਲਟਨ, ਮਾਊਂਟ ਐਲਬਰਟ, ਸਮਿਥਵਿਲ, ਟੋਰਾਂਟੋ, ਵਿਟਚਰਚ, ਸਟਿਫਵਿਲ ਤੇ ਵੌਨ ਵਿੱਚ ਸਰਚ ਵਾਰੰਟ ਕਢਵਾ ਕੇ ਛਾਪੇਮਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਫੈਂਟਾਨਾਈਲ ਦੀਆਂ 2 ਲੈਬਸ ਮਿਲੀਆਂ, ਜਿਨ੍ਹਾਂ ਵਿੱਚ ਇੱਕ ਚਾਲੂ ਸੀ ਤੇ ਦੂਜੀ ਬੰਦ ਸੀ। ਇਹ ਸਮਿਥਵਿਲ ਵਿੱਚ 6816 ਰੋਡ ਅਤੇ ਸਟਫਵਿਲ ਵਿੱਚ 4057 ਬੈਥੈਸਡਾ ਰੋਡ ਉੱਤੇ ਸਥਿਤ ਸਨ। ਇਸ ਤੋਂ ਇਲਾਵਾ ਪੁਲਿਸ ਨੂੰ 800 ਗੈਲਨ ਕੈਮੀਕਲ ਵੀ ਮਿਲਿਆ, ਜਿਸ ਦੀ ਵਰਤੋਂ ਫੈਂਟਾਨਾਈਲ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ 64 ਕਿਲੋਗ੍ਰਾਮ ਦੇ ਗੈਰ ਕਾਨੂੰਨੀ ਨਸ਼ੇ ਵੀ ਬਰਾਮਦ ਹੋਏ, ਜਿਨ੍ਹਾਂ ਵਿੱਚ 25.6 ਕਿਲੋਗ੍ਰਾਮ ਫੈਂਟਾਨਾਈਲ, 18 ਕਿਲੋਗ੍ਰਾਮ ਮੈਥਾਫੈਟਾਮਾਈਨ ਤੇ 6.0 ਕਿਲੋਗ੍ਰਾਮ ਕੈਟਾਮਾਈਨ ਸ਼ਾਮਲ ਨੇ। ontario ਦੇ ਪ੍ਰੀਮੀਅਰ ਡਗ ਫੋਰਡ ਤੇ ਉਹਨਾਂ ਦੇ ਆਫਿਸ ਵੱਲੋਂ ਇੰਟੀਗ੍ਰਿਟੀ ਕਮਿਸ਼ਨਰ ਨੂੰ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਦੇ ਮਾਮਲੇ ਦੀ ਜਾਂਚ ਕਰਨ ਦੇ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਡੀਟਰ ਜਨਰਲ ਵੱਲੋਂ ਕੱਲ੍ਹ ਪੇਸ਼ ਕੀਤੀ ਗਈ ਆਪਣੀ ਰਿਪੋਰਟ ਵਿੱਚ ਗ੍ਰੀਨ ਬੈਲਟ ਤੋਂ ਜ਼ਮੀਨ ਹਟਾਉਣ ਦੇ ਫੈਸਲੇ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਸਨ ਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਸਿਫਾਰਿਸ਼ ਵੀ ਕੀਤੀ ਗਈ। ਇੰਟੀਗ੍ਰਿਟੀ ਕਮਿਸ਼ਨਰ ਨੇ ਇਸ ਜਾਂਚ ਬਾਬਤ ਬੇਨਤੀ ਸਵੀਕਾਰਨ ਦੀ ਪੁਸ਼ਟੀ ਕੀਤੀ ਹੈ ਤੇ ਆਖਿਆ ਕਿ ਉਹ ਇਹ ਪਤਾ ਲਗਵਾਉਣਗੇ ਕਿ ਚੀਫ ਆਫ ਸਟਾਫ ਵੱਲੋਂ ਪਬਲਿਕ ਸਰਵਿਸ ਆਫ ontario ਐਕਟ 2006 ਦੇ ਅਨੁਸਾਰ ਹੀ ਕੰਮ ਕੀਤਾ ਗਿਆ ਹੈ ਜਾਂ ਇਸ ਤੋਂ ਉਲਟ ਕਾਰਵਾਈ ਕੀਤੀ ਗਈ। ਆਪਣੀ ਰਿਪੋਰਟ ਦੇ ਵਿੱਚ ਆਡੀਟਰ ਜਨਰਲ ਬੋਨੀ ਨੇ ਆਖਿਆ ਸੀਗਾ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ ਦੇ ਚੀਫ ਆਫ ਸਟਾਫ ਵੱਲੋਂ ਸਾਈਟਸ ਦੀ ਚੋਣ ਕਰਨ ਦੇ ਮਾਮਲੇ ਵਿੱਚ ਕੁਝ ਡਿਵੈਲਪਰਸ ਦਾ ਪੱਖ ਪੂਰਿਆ ਗਿਆ ਹੋ ਸਕਦਾ ਹੈ। ਇਹ ਮਾਮਲਾ ਇਸ ਤਰ੍ਹਾਂ ਦਾ ਹੈ ਕਿ ਜੁਲਾਈ 2022 ਵਿੱਚ ਪ੍ਰੀਮੀਅਰ ਦੇ ਚੀਫ ਆਫ ਸਟਾਫ ਵੱਲੋਂ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਦੀ ਨਿਯੁਕਤੀ ਕੀਤੀ ਗਈ ਸੀ। ਉਸ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਗਈ ਸੀਗੀ ਕਿ ਗ੍ਰੀਨ ਬੈਲਟ ਦੀ ਬਾਉਂਡਰੀ ਵਿੱਚ ਤਬਦੀਲੀ ਲਿਆਉਣ ਦੇ ਪ੍ਰੋਜੈਕਟ ਉਹ ਸਾਂਭੇ, ਪਰ ਆਡੀਟਰ ਜਨਰਲ ਦੀ ਰਿਪੋਰਟ ਦੇ ਮੁਤਾਬਕ ਇਸ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਨੇ। ਬੁੱਧਵਾਰ ਨੂੰ ਪ੍ਰੀਮੀਅਰ ਫੋਰਡ ਨੇ ਇਹ ਮੰਨਿਆ ਕਿ ਗ੍ਰੀਨ ਬੈਲਟ ਤੋਂ ਹਟਾ ਕੇ ਡਿਵੈਲਪਮੈਂਟ ਦੇ ਲਈ ਵਰਤੀਆਂ ਜਾਣ ਵਾਲੀਆਂ 15 ਸਾਈਟਸ ਦੀ ਚੋਣ ਹੋਰ ਧਿਆਨ ਨਾਲ ਕੀਤੀ ਜਾ ਸਕਦੀ ਸੀ। ਉਹਨਾਂ ਨੇ ਇਹ ਵੀ ਆਖਿਆ ਕਿ ਇਸ ਮਾਮਲੇ ਦੀ ਉਹ ਪੂਰੀ ਜ਼ਿੰਮੇਵਾਰੀ ਲੈਂਦੇ ਨੇ ਤੇ ਡਿਵੈਲਪਮੈਂਟ ਦੀ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਸਟਿਨ ਟਰੂਡੋ ਤੇ ਉਸ ਦਾ ਪਰਿਵਾਰ ਬ੍ਰਿਟਿਸ਼ ਕੋਲੰਬੀਆ ਵਿਖੇ ਛੁੱਟੀਆਂ ਮਨਾਉਣ ਜਾ ਰਿਹਾ ਹੈ। ਇਹ ਛੁੱਟੀਆਂ ਇੱਕ ਹਫ਼ਤੇ ਤੋਂ ਥੋੜਾ ਵੱਧ ਚੱਲਣਗੀਆਂ। PMO ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਤੇ ਉਹਨਾਂ ਦਾ ਪਰਿਵਾਰ ਕਿੱਥੇ ਰਹਿਣਗੇ, ਪਰ ਇਹ ਜ਼ਰੂਰ ਆਖਿਆ ਗਿਆ ਹੈ ਕਿ ਉਹ 18 ਅਗਸਤ ਨੂੰ ਓਟਾਵਾ ਪਰਤ ਆਉਣਗੇ। ਟਰੂਡੋ ਦੇ 18 ਸਾਲਾਂ ਤੱਕ ਤਾਂ ਉਹਨਾਂ ਦੀ ਪਤਨੀ ਰਹੀ ਸੋਫੀ ਟਰੂਡੋ ਨੇ ਅਜੇ ਪਿਛਲੇ ਹਫ਼ਤੇ ਹੀ ਵੱਖ ਹੋਣ ਦਾ ਐਲਾਨ ਕੀਤਾ ਸੀ, ਪਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਸੀਗਾ ਕਿ ਉਹ ਪਰਿਵਾਰ ਵਜੋਂ ਇਕੱਠਿਆਂ ਸਮਾਂ ਗੁਜ਼ਾਰਿਆ ਕਰਨਗੇ। ਆਪਣੇ 3 ਬੱਚਿਆਂ ਦੀ ਸਲਾਮਤੀ ਲਈ ਉਹਨਾਂ ਵੱਲੋਂ ਸਾਰਿਆਂ ਤੋਂ ਪ੍ਰਾਈਵੇਸੀ ਦੀ ਮੰਗ ਵੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਆਫਿਸ ਦਾ ਕਹਿਣਾ ਹੈ ਕਿ ਇਸ ਟ੍ਰਿਪ ਨੂੰ ਐਥਿਕਸ ਕਮਿਸ਼ਨਰ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਤੇ ਟਰੂਡੋ ਆਪਣੇ ਰਹਿਣ ਸਹਿਣ ਦਾ ਬੰਦੋਬਸਤ ਆਪਣੇ ਪੱਲਿਓਂ ਕਰ ਰਹੇ ਨੇ। ਸਿਕਿਉਰਿਟੀ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨੂੰ ਰਾਇਲ ਕੈਨੇਡੀਅਨ 에ਅਰ ਫੋਰਸ ਦੇ ਜਹਾਜ਼ ਉੱਤੇ ਸਫ਼ਰ ਕਰਨਾ ਪੈਂਦਾ ਹੈ।
ਬੱਚਿਆਂ ਦਾ ਰੋਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਦੇ ਲਈ ਮਾਂ-ਬਾਪ ਤਰ੍ਹਾਂ-ਤਰ੍ਹਾਂ ਦੇ ਢੰਗ ਅਪਣਾਉਂਦੇ ਨੇ। ਉਹਨਾਂ ਨੂੰ ਗਲੇ ਲਾਉਂਦੇ ਨੇ ਤੇ ਮਾਂ ਦੁੱਧ ਪਿਲਾਉਂਦੀ ਹੈ ਜਾਂ ਕੋਈ ਖਿਡੌਣਾ ਦਿੰਦੀ ਹੈ। ਪਰ ਇੱਕ ਮਾਂ ਨੇ ਜੋ ਕੀਤਾ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ। ਅਸਲ ਦੇ ਵਿੱਚ ਬੱਚਾ ਚੁੱਪ ਨਹੀਂ ਹੋ ਰਿਹਾ ਸੀ, ਇਸ ਲਈ ਮਾਂ ਨੇ ਦੁੱਧ ਦੀ ਬੋਤਲ ਸ਼ਰਾਬ ਨਾਲ ਭਰ ਦਿੱਤੀ। ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਦਾ ਹੈ। ਪੁਲਿਸ ਨੇ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਤੇ ਬੱਚੇ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ 37 ਸਾਲ ਦੀ ਮਾਂ ਨੇ ਆਪਣੇ 7 ਹਫ਼ਤੇ ਦੇ ਬੱਚੇ ਨੂੰ ਦੁੱਧ ਦੀ ਬਜਾਏ ਬੋਤਲ ਵਿੱਚ ਸ਼ਰਾਬ ਦਿੱਤੀ ਤਾਂ ਕਿ ਉਹ ਸ਼ਾਂਤ ਰਹੇ। ਉਹ ਜਾਣਦੀ ਸੀਗੀ ਕਿ ਸ਼ਰਾਬ ਪੀ ਕੇ ਬੱਚਾ ਸ਼ਾਂਤ ਹੋ ਜਾਏਗਾ। ਅਜਿਹਾ ਹੀ ਕੁਝ ਹੋਇਆ, ਪਰ ਇਹ ਉਸਦੀ ਜ਼ਿੰਦਗੀ ਨਾਲ ਖੇਡਣ ਵਰਗਾ ਹੈ। ਪੁਲਿਸ ਨੇ ਕਿਹਾ, ਸਾਨੂੰ ਸਵੇਰੇ ਕਰੀਬ 12:45 ਤੇ ਸੂਚਨਾ ਮਿਲੀ ਕਿ ਇੱਕ ਔਰਤ ਆਪਣੀ ਕਾਰ ਵਿੱਚ ਇੱਕ ਬੱਚੇ ਨੂੰ ਸ਼ਰਾਬ ਪਿਲਾ ਰਹੀ ਸੀ। ਜਦੋਂ ਸਾਡੇ ਅਧਿਕਾਰੀ ਪਹੁੰਚੇ ਤਾਂ ਪਤਾ ਲੱਗਾ ਕਿ ਬੱਚਾ ਨਸ਼ੇ ਵਿੱਚ ਸੀ। ਦਰਅਸਲ ਓਨੈਸਟੀ ਦਾ ਲੇਟੋਰੇ ਲਾਸ ਐਂਜਲਸ ਤੋਂ 55 ਮੀਲ ਪੂਰਬ ਵੱਲੋਂ ਰਿਆਲਟੋ ਤੋਂ ਕਾਰ ਆ ਰਹੀ ਸੀ। ਅਚਾਨਕ ਬੱਚਾ ਉੱਚੀ-ਉੱਚੀ ਰੋਣ ਲੱਗਾ। ਔਰਤ ਨੇ ਸੋਚਿਆ ਕਿ ਸ਼ਾਇਦ ਉਹ ਬੱਚੇ ਨੂੰ ਦੁੱਧ ਪਿਲਾਵੇ ਤਾਂ ਚੁੱਪ ਹੋ ਜਾਏਗਾ, ਪਰ ਉਹ ਚੁੱਪ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ। ਇਸ ਤੋਂ ਬਾਅਦ ਔਰਤ ਨੇ ਇਹ ਖੌਫਨਾਕ ਕਦਮ ਚੁੱਕਿਆ। ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਜਾਣਬੁੱਝ ਕੇ ਬੱਚੇ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਰਗਾ ਹੈ। ਅਧਿਕਾਰੀਆਂ ਨੇ ਬੱਚੇ ਦੀ ਹਾਲਤ ਦਾ ਖੁਲਾਸਾ ਨਹੀਂ ਕੀਤਾ, ਪਰ ਇਹ ਜ਼ਰੂਰ ਦੱਸਿਆ ਕਿ ਉਹ ਨਸ਼ੇ ਵਿੱਚ ਸੀ। ਉਸ ਦੀ ਮਾਂ ਨੂੰ ਡਿਟੈਂਸ਼ਨ ਸੈਂਟਰ ਭੇਜਿਆ ਗਿਆ ਹੈ। ਜਲਦੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਦੂਜੇ ਪਾਸੇ ਜਿਵੇਂ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕ ਗੁੱਸੇ ਵਿੱਚ ਆ ਗਏ। ਕਈਆਂ ਨੇ ਕਿਹਾ ਇਹ ਕਲਯੁਗ ਹੈ, ਇਸ ਔਰਤ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।